ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਦੇ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਗੌੜੀ ਕੀ ਵਾਰ ਮਹੱਲੇ ਚੌਥੇ ਦੀ ਬਾਣੀ ਨੂੰ। 17 ਪੌੜੀਆਂ ਤੱਕ ਆਪਾਂ ਵਿਚਾਰ ਚੁੱਕੇ ਹਾਂ। 17 ਪੌੜੀਆਂ ਤੇ ਨਾਲ ਸ਼ਲੋਕ। ਅੱਜ 18ਵੀਂ ਪੌੜੀ ਤੇ ਸ਼ਲੋਕ ਉੱਥੋਂ ਆਪਾਂ ਆਰੰਭ ਕਰਾਂਗੇ। ਸਤਿਗੁਰੂ ਜੀ ਸਮਝਾਉਂਦੇ ਹਨ, ਸ਼ਲੋਕ ਮਹੱਲਾ ਚੌਥਾ। ਮਹੱਲੇ ਚੌਥੇ ਦਾ ਸ਼ਲੋਕ ਹੈ, ਕਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਇਸੀ। ਜਦੋਂ ਕਿਰਪਾ ਕਰਦਾ ਹੈ ਸਤਿਗੁਰ, ਫਿਰ ਮਿਲਾਉਂਦਾ ਹੈ। ਪਰ ਕਿੱਥੋਂ? ਗੁਰਮੁਖਾਂ ਦੇ ਮੁਖ ਤੋਂ ਆਪ ਮਿਲਾਉਂਦਾ ਹੈ। ਜਿਹੜੇ ਨਾਮ ਨੂੰ ਧਿਆਉਂਦੇ ਨੇ, ਉਹਨਾਂ ਦੀ ਰਸਨਾ ਦੁਆਰਾ ਗਿਆਨ ਦੇ ਕੇ ਆਪ ਸਤਿਗੁਰ ਸਾਨੂੰ ਮਿਲਦਾ ਹੈ। ਸੋ ਕਰੇ ਜੇ ਸਤਿਗੁਰ ਭਾਵਸੀ, ਗੁਰ ਪੂਰਾ ਘਰੀ ਵਸਾਏ ਸੀ। ਹੁੰਦਾ ਉਹ ਹੈ ਜੋ ਸਤਿਗੁਰ ਨੂੰ ਪਾਉਂਦਾ ਹੈ। ਗੁਰਮੁਖਾਂ ਦੁਆਰਾ ਗਿਆਨ ਦਿੰਦਾ ਹੈ। ਉਹ ਗਿਆਨ ਦਿੰਦਾ ਹੈ ਜਿਹੜਾ ਸਤਿਗੁਰ ਨੂੰ ਪਾਉਂਦਾ ਹੈ, ਜਿਹੜਾ ਉਸ ਨੂੰ ਆਪ ਪਾਉਂਦਾ ਹੈ ਤੇ ਆਪ ਕਿਰਪਾ ਕਰਕੇ ਮਿਲਦਾ ਹੈ, ਘਰ ਦੇ ਵਿੱਚ ਵਸਾ ਲੈਂਦਾ ਹੈ। ਚੌਥਾ ਪਦ, ਨਿਜ ਘਰ, ਸੂਖ ਮਹਿਲ, ਸੱਚਾ ਮਹਿਲ, ਬਹੁਤ ਸਾਰੇ ਨਾਮ ਨੇ ਉਸ ਘਰ ਤੇ। 10ਮ ਦੁਆਰ, ਬੇਗਮਪੁਰਾ ਸ਼ਹਿਰ, ਬਹੁਤ ਸਾਰੇ ਨਾਮ ਨੇ। ਜਿਨ ਅੰਦਰ ਨਾਮ ਨਿਦਾਨ ਹੈ, ਤਿਨ ਕਾ ਪਾਉ ਸਭ ਗਵਾਏ ਸੀ। ਜਿਨ੍ਹਾਂ ਦੇ ਅੰਦਰ ਨਾਮ ਦਾ ਖਜ਼ਾਨਾ ਹੈ, ਉਹਨਾਂ ਦਾ ਪਾਉ ਜਿਹੜਾ ਡਰ ਗਵਾ ਦਿੰਦਾ ਹੈ। ਪ੍ਰਭੂ ਆਪ ਉਹਨਾਂ ਨੂੰ ਨਿਰਭਉ ਕਰ ਦਿੰਦਾ ਹੈ। ਜਿਨ ਰੱਖਣ ਕੋ ਹਰ ਆਪ ਹੋਏ, ਹੁਰ ਕੇਤੀ ਚੱਖ ਚੱਖ ਜਾਏ ਸੀ। ਜਿਨ੍ਹਾਂ ਨੂੰ ਆਪ ਪ੍ਰਭੂ, ਜਿਨ੍ਹਾਂ ਦਾ ਰਖਵਾਲਾ ਹੋ ਜਾਂਦਾ ਹੈ, ਆਪ ਜਿਨ੍ਹਾਂ ਦੀ ਰਾਖੀ ਕਰਦਾ ਹੈ, ਜਿਵੇਂ ਜੁਗਾਂ ਤੋਂ ਕਰਦਾ ਆਇਆ ਹੈ। ਕਿੰਨੇ ਜੀਵ ਝੱਖ ਮਾਰ ਕੇ ਚਲੇ ਜਾਂਦੇ ਨੇ, ਪਰ ਜਿਨ੍ਹਾਂ ਤੇ ਆਪ ਦਇਆ ਕਰਦਾ, ਉਹਨਾਂ ਨੂੰ ਆਪ ਰੱਖਦਾ ਹੈ। ਜਨ ਨਾਨਕ ਨਾਮ ਧਿਆਏ, ਤੂੰ ਹਰ ਹਲਤ ਪਾਲਤ ਛੁਡਾਏ ਸੀ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਨਾਮ ਨੂੰ ਧਿਆਉਣ ਦੇ ਨਾਲ ਕਹੇ ਜਨ ਤੂੰ ਨਾਮ ਧਿਆ। ਹਰੀ ਇੱਥੇ ਵੀ, ਲੋਕ 'ਚ ਵੀ ਤੇ ਪਰਲੋਕ ਦੇ ਵਿੱਚ ਵੀ ਸਾਡਾ ਰਖਵਾਲਾ ਹੋ ਜਾਂਦਾ ਹੈ। ਸਾਨੂੰ ਬੰਧਨ ਨਹੀਂ ਪੈਣ ਦਿੰਦਾ, ਸਾਨੂੰ ਇਹਨਾਂ ਬੰਧਨਾਂ ਤੋਂ ਮੁਕਤ ਕਰ ਲੈਂਦਾ ਹੈ। ਸੰਸਾਰ ਦੇ ਵਿੱਚ ਵੀ ਬੰਧਨਾਂ ਤੋਂ ਮੁਕਤ ਕਰ ਲੈਂਦਾ ਹੈ ਤੇ ਆਪਣੇ ਘਰ ਵਿੱਚ ਵਸਾ ਲੈਂਦਾ ਹੈ। ਸਾਡਾ ਹਾਲਤ ਵੀ ਸਵਾਰ ਦਿੰਦਾ ਹੈ, ਪਲਤ ਵੀ ਸਵਾਰ ਦਿੰਦਾ, ਲੋਕ ਵੀ ਸਵਾਰ ਦਿੰਦਾ ਹੈ, ਪਰਲੋਕ ਵੀ ਸਵਾਰ ਦਿੰਦਾ ਹੈ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਿਨ੍ਹਾਂ ਨੂੰ ਆਪ ਪ੍ਰਭੂ ਮਿਲ ਲੈਂਦਾ ਹੈ, ਉਹਨਾਂ ਦਾ ਹਲਤ ਪਲਤ ਸਵਾਰ ਦਿੰਦਾ ਹੈ। ਅੱਗੇ ਫਿਰ ਮਹੱਲੇ ਚੌਥੇ ਦਾ ਸ਼ਲੋਕ ਹੈ, ਗੁਰ ਸਿੱਖਾਂ ਕੈ ਮਨ ਭਾਵ ਦੀ, ਗੁਰ ਸਤਿਗੁਰ ਕੀ ਵਡਿਆਈ। ਜਿਹੜੇ ਗੁਰਸਿੱਖ ਨੇ, ਜਿਨ੍ਹਾਂ ਨੇ ਗੁਰ ਦੀ ਸਿੱਖ ਲਈ ਹੈ, ਮੰਨੀ ਹੈ,
ਉਹਨਾਂ ਨੂੰ ਜੋ ਪਾਉਂਦਾ ਹੈ ਸਤਿਗੁਰ ਦੀ ਵਡਿਆਈ, ਗੁਰ ਦੀ ਵਡਿਆਈ ਉਹਨਾਂ ਨੂੰ ਪਾਉਂਦੀ ਹੈ, ਹੋਰ ਨਹੀਂ ਕੁਛ ਪਾਉਂਦਾ, ਕਿਉਂਕਿ ਗੁਰ ਸਤਿਗੁਰ ਜੀਵੜ ਤੇ ਕੋਈ ਨਹੀਂ ਹੈ। ਇਸ ਕਰਕੇ ਉਹ ਵਡਿਆਈ ਪਾਉਂਦੀ ਹੈ ਗੁਰ ਦੀ, ਸਤਿਗੁਰ ਦੀ। ਉਹਨਾਂ ਸੇਵਕ ਜਨਾਂ ਨੂੰ ਜਿਨ੍ਹਾਂ ਨੇ ਗੁਰ ਦੀ ਸਿੱਖ ਲੈ ਕੇ ਮੰਨੀ ਹੈ, ਜਿਨ੍ਹਾਂ ਨੂੰ ਆਪਾਂ ਗੁਰਸਿੱਖ ਕਹਿ ਦਿੰਦੇ ਹਾਂ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਹਰੀ ਆਪ ਫਿਰ ਪੈਜ ਰੱਖਦਾ ਹੈ ਜਿਨ੍ਹਾਂ ਨੂੰ ਸਤਿਗੁਰ ਦੀ ਵਡਿਆਈ ਪਾਉਂਦੀ ਹੈ, ਗੁਰ ਦੀ, ਸਤਿਗੁਰ ਦੀ, ਫਿਰ ਆਪ ਪੈਜ ਰੱਖਦਾ ਹੈ ਸਤਿਗੁਰ ਦੀ। ਨਿਤ ਵੱਧਦੀ ਜਾਂਦੀ ਹੈ, ਨਿਤ ਚੜ੍ਹੈ ਸਵਾਈ, ਰੋਜ਼ ਵੱਧਦੀ ਹੈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛੜਾਈ। ਕਿਉਂਕਿ ਗੁਰ ਸਤਿਗੁਰ ਇਹ ਕਿੱਥੋਂ ਮਿਲਦਾ ਹੈ? ਜਿਨ੍ਹਾਂ ਦੇ ਮਨ ਦੇ ਵਿੱਚ ਪਾਰ ਬ੍ਰਹਮ ਆ ਵਸਿਆ ਹੈ। ਆਪ ਪਾਰ ਬ੍ਰਹਮ ਪਰਮੇਸ਼ਰ ਆਪਣਾ ਗਿਆਨ ਦੇ ਕੇ, ਗੁਰ ਦਾ ਗਿਆਨ ਦੇ ਕੇ ਆਪ ਸਤਿਗੁਰ ਦੁਆਰਾ ਸਾਨੂੰ ਛਡਾਉਂਦਾ ਹੈ। ਗੁਰ ਸਤਿਗੁਰ ਤਾਨ ਦੀਵਾਨ ਹਰ, ਤਿਨ ਸਭ ਆਨ ਨਿਵਾਈ। ਹਰ ਤਿਨ ਆਨ ਸਭ। ਗੁਰ ਸਤਿਗੁਰ ਤਾਨ ਦੀਵਾਨ ਹਰ ਤਿਨ ਸਭ ਆਨ ਨਿਵਾਈ। ਗੁਰ ਹੈ, ਸਤਿਗੁਰ ਹੈ, ਉਹ ਦੀਵਾਨ ਹੈ, ਉਹ ਮਾਲਕ ਹੈ। ਆਪ ਹਰੀ ਸਭ ਨੂੰ ਆ ਕੇ ਗੁਰ ਤੇ ਸਤਿਗੁਰ ਦੇ ਗਿਆਨ ਦੁਆਰਾ ਛਡਾ ਲੈਂਦਾ ਹੈ ਤੇ ਆਪ ਨਿਭਾਉਂਦਾ ਹੈ ਗੁਰ ਦੇ ਅੱਗੇ, ਸਤਿਗੁਰ ਦੇ ਅੱਗੇ ਆਪ ਨਿਭਾਉਂਦਾ ਹੈ ਪ੍ਰਭੂ, ਜਿਨ੍ਹਾਂ ਤੇ ਖੁਸ਼ ਹੁੰਦਾ ਹੈ। ਕਿਉਂਕਿ ਉਹ ਹੀ ਨਿਭਦੇ ਨੇ ਜਿਨ੍ਹਾਂ ਤੇ ਪ੍ਰਭੂ ਖੁਸ਼ ਹੁੰਦਾ ਹੈ। ਜਿਨ ਡਿਠਾ ਮੇਰਾ ਸਤਿਗੁਰ ਭਾਉ ਕਰ, ਤਿਨ ਕੇ ਸਭ ਪਾਪ ਗਵਾਈ। ਜਿਨ੍ਹਾਂ ਨੇ ਸਤਿਗੁਰ ਨੂੰ, ਸੱਚੇ ਗਿਆਨ ਨੂੰ, ਸੱਚੇ ਉਪਦੇਸ਼ ਨੂੰ ਪਿਆਰ ਦੇ ਨਾਲ ਭਾਉ ਕਰਕੇ ਦੇਖਿਆ ਹੈ, ਵਸਾਇਆ ਹੈ ਮਨ ਦੇ ਵਿੱਚ, ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ ਨੇ, ਇੱਕ ਦ੍ਰਿਸ਼ਟ ਹੋ ਜਾਂਦੇ ਨੇ ਮਨ। ਉਹਨਾਂ ਦਾ ਜੋ ਮਾਰਗ ਜਮ ਮਾਰਗ ਹੈ, ਜਿੱਧਰ ਲੇਖਾ ਹੋਣਾ, ਉਹ ਮਾਰਗ ਹੀ ਖਤਮ ਹੋ ਜਾਂਦਾ ਹੈ, ਉਹ ਮਾਰਗ ਹੀ ਬੰਦ ਹੋ ਜਾਂਦਾ ਹੈ। ਉਹਨਾਂ ਦਾ ਮਾਰਗ ਲਿਵ ਦਾ ਮਾਰਗ ਹੋ ਜਾਂਦਾ ਹੈ, ਜਿੱਥੇ ਕਦੇ ਵੀ ਸਾਨੂੰ ਲੇਖਾ ਨਹੀਂ ਦੇਣਾ ਪੈਂਦਾ। ਲੇਖਾ ਦੇਣਾ ਪੈਂਦਾ ਹੈ ਧਾਤ ਦੇ ਰਸਤੇ 'ਤੇ। ਉਹ ਧਾਤ ਦਾ ਰਸਤਾ ਛੱਡ ਦਿੰਦੇ ਨੇ ਜਿਨ੍ਹਾਂ 'ਤੇ ਕਿਰਪਾ ਕਰਦਾ ਹੈ। ਜਦੋਂ ਮਨ ਇੱਕ ਦ੍ਰਿਸ਼ਟ ਹੋ ਜਾਂਦਾ ਹੈ, ਮਨ ਪ੍ਰਕਾਸ਼ ਹੋ ਜਾਂਦਾ ਹੈ, ਉਦੋਂ ਲੇਖਾ ਵੀ ਖਤਮ ਹੋ ਜਾਂਦਾ ਹੈ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ, ਪਰ ਇਹ ਉਹਨਾਂ ਦਾ ਜਿਹੜੇ ਸਤਿਗੁਰ ਨੂੰ ਭਾਉ ਕਰਕੇ ਪਿਆਰ ਦੇ ਨਾਲ ਦੇਖਦੇ ਨੇ, ਜਿਨ੍ਹਾਂ ਦੇ ਅੰਦਰ ਚਾਅ ਹੈ ਸਤਿਗੁਰ ਦਾ, ਜਿਨ੍ਹਾਂ ਨੂੰ ਸਤਿਗੁਰ ਦੀ, ਗੁਰ ਦੀ ਵਡਿਆਈ ਪਾਉਂਦੀ ਹੈ। ਹਰ ਦਰਗਾਹ ਤੇ ਮੁਖ ਉਜਲੇ, ਬਹੁਤ ਸੋਭਾ ਪਾਈ। ਹਰੀ ਦੀ ਦਰਗਾਹ ਦੇ ਵਿੱਚ ਉਹਨਾਂ ਦੇ ਮੁਖ ਉਜਲ ਹੋ ਜਾਂਦੇ ਨੇ, ਉਹਨਾਂ ਨੂੰ ਸੋਭਾ ਪ੍ਰਾਪਤ ਹੁੰਦੀ ਹੈ, ਬਹੁਤ ਸੋਭਾ। ਕਿਉਂਕਿ ਜਿਹੜੇ ਆਪ ਮੰਨਦੇ ਨੇ ਤੇ ਆਉਂਦੇ ਨੇ, ਤੇ ਪ੍ਰਭੂ ਉਹਨਾਂ ਦੁਆਰਾ ਦੂਜਿਆਂ ਨੂੰ ਵੀ ਛਡਾ ਲੈਂਦਾ ਹੈ। ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਤੇ ਸਤਿਗੁਰ ਸਮਝਾਉਂਦੇ ਨੇ ਕਿ ਉਹਨਾਂ ਜਨਾਂ ਦੀ ਧੂੜ ਮੰਗਦੇ ਹਾਂ ਨਿਤ ਹੀ। ਜਨ ਨਾਨਕ ਮੰਗੈ ਧੂੜ ਤਿਨ, ਉਹਨਾਂ ਤਿੰਨਾਂ ਦੀ ਧੂੜ ਮੰਗਦਾ ਹੈ ਜਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਜੋ ਗੁਰ ਦੇ ਸਿੱਖ ਨੇ, ਜਿਨ੍ਹਾਂ ਨੂੰ ਆਪਾਂ ਗੁਰਸਿੱਖ ਕਹਿ ਦਿੰਦੇ ਹਾਂ, ਤੇ ਉਹਨਾਂ ਦੀ ਧੂੜ ਜਨ ਮੰਗਦੇ ਨੇ, ਜਿਨ੍ਹਾਂ ਨੂੰ ਉਸ ਪ੍ਰਭੂ ਦੇ ਨਾਲ ਪਿਆਰ ਪੈ ਜਾਂਦਾ ਹੈ ਕਿ ਇਹਨਾਂ ਜੀਵਨ ਦੀ ਵੀ ਸੰਗਤ ਕਰੀਏ। ਕਿਉਂਕਿ ਉੱਥੇ ਬੈਠ ਕੇ ਹੀ ਪ੍ਰਭੂ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਉੱਥੇ ਹੀ ਪ੍ਰਭੂ ਦੇ ਗੁਣ ਗਾਏ ਜਾਂਦੇ ਨੇ। ਅੱਗੇ ਪੌੜੀ ਹੈ,
ਹਉ ਆਖ ਸਲਾਹੀ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ। ਤੇ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਅਸੀਂ ਤਾਂ ਸਲਾਹੁੰਦੇ ਹਾਂ, ਆਖਦੇ ਹਾਂ। ਕੀ ਆਖਦੇ ਹਾਂ? ਸਿਫਤ ਸਲਾਹ ਸੱਚੇ ਦੀ, ਪਰਮੇਸ਼ਰ ਦੀ, ਸਿਰਫ ਉਸੇ ਦੀ ਵਡਿਆਈ ਕਰਦੇ ਹਾਂ। ਸੱਚ ਸੱਚੇ ਕੀ ਵਡਿਆਈ, ਉਸੇ ਦੀ ਆਖਦੇ ਹਾਂ, ਉਸੇ ਦੀ ਸਿਫਤ ਸਲਾਹ ਕਰਦੇ ਹਾਂ। ਸਲਾਹੀ ਸੱਚ, ਸਲਾਹ ਸੱਚ, ਸੱਚ ਕੀਮਤ ਕਿਨੇ ਨਾ ਭਾਈ। ਸੱਚ ਨੂੰ ਸਲਾਹੁੰਦਾ ਹੈ, ਪਰ ਕਦੋਂ? ਜਦੋਂ ਆਪ ਸਲਾਹ, ਸਿਫਤ ਸਲਾਹ ਦਾ ਖਜ਼ਾਨਾ ਬਖਸ਼ਦਾ ਹੈ। ਕਿਸੇ ਕੀਮਤ 'ਤੇ ਵੀ ਆਪਾਂ ਕਹੀਏ ਵੀ ਅਸੀਂ ਉਹਦੀ ਸਿਫਤ ਸਲਾਹ ਪਾ ਲਵਾਂਗੇ, ਪ੍ਰਾਪਤ ਕਰ ਲਵਾਂਗੇ, ਜਾਂ ਉਸ ਨੂੰ ਪਾ ਲਵਾਂਗੇ, ਨਹੀਂ। ਜਦੋਂ ਆਪ ਸਿਫਤ ਸਲਾਹ ਬਖਸ਼ਦਾ ਹੈ, ਫਿਰ ਉਹ ਸੱਚ ਦੀ ਸਿਫਤ ਸਲਾਹ ਕਰਦੇ ਨੇ। ਪਰ ਕਿਹਨਾਂ ਨੂੰ? ਜਿਨ੍ਹਾਂ ਨੂੰ ਗੁਰ ਦੀ, ਸਤਿਗੁਰ ਦੀ ਵਡਿਆਈ ਪਾਉਂਦੀ ਹੈ, ਜਿਹੜੇ ਸਤਿਗੁਰ ਦੇ ਨਾਲ ਪਿਆਰ ਕਰਦੇ ਨੇ, ਜਿਹੜੇ ਸਤਿਗੁਰ ਨੂੰ ਭਾਉ ਦੇ ਨਾਲ ਦੇਖਦੇ ਨੇ, ਪਿਆਰ ਨਾਲ ਦੇਖਦੇ ਨੇ। ਸੱਚ ਸੱਚਾ ਰਸ ਜਿਨੀ ਚਖਿਆ, ਸੇ ਤ੍ਰਿਪਤ ਰਹੇ ਆਗਾਈ। ਤੇ ਜਿਨ੍ਹਾਂ ਨੇ ਉਹ ਸੱਚਾ ਰਸ ਚਖ ਲਿਆ ਹੈ, ਪੁੰਚ ਲਿਆ ਹੈ, ਭੋਗ ਲਿਆ ਹੈ, ਉਹ ਫਿਰ ਤ੍ਰਿਪਤ ਰਹਿੰਦੇ ਨੇ। ਉਹਨਾਂ ਨੂੰ ਤ੍ਰਿਸ਼ਨਾ ਨਹੀਂ ਆਉਂਦੀ, ਭੁੱਖ ਨਹੀਂ ਲੱਗਦੀ। ਇਹ ਹਰ ਰਸ ਸਹੀ ਜਾਣਦੇ, ਜਿਉਂ ਗੂੰਗੇ ਮਠਿਆਈ ਖਾਈ। ਪਰ ਜਿਨ੍ਹਾਂ ਨੇ ਇਹ ਰਸ ਨੂੰ ਚਖਿਆ, ਉਹ ਹੀ ਜਾਣਦੇ ਨੇ, ਕਿਉਂਕਿ ਇਹ ਬਿਆਨ ਨਹੀਂ ਕੀਤਾ ਜਾ ਸਕਦਾ। ਜਿਵੇਂ ਗੂੰਗਾ ਮਠਿਆਈ ਖਾ ਕੇ ਦੱਸ ਨਹੀਂ ਸਕਦਾ, ਇੱਦਾਂ ਹੀ ਜਿਨ੍ਹਾਂ ਨੇ ਹਰੀ ਦੇ ਰਸ ਨੂੰ ਚਖਿਆ ਹੈ, ਉਹ ਦੂਜੇ ਨੂੰ ਇਹ ਤਾਂ ਦੱਸ ਸਕਦੇ ਨੇ ਵੀ ਇਸ ਤਰੀਕੇ ਨਾਲ ਆਪਾਂ ਇਸ ਰਸ ਨੂੰ ਪ੍ਰਾਪਤ ਕਰਨਾ ਹੈ, ਇੱਦਾਂ ਸੰਗਤ ਕਰਨੀ ਹੈ, ਇੱਦਾਂ ਗਿਆਨ ਲੈਣਾ ਹੈ, ਇੱਦਾਂ ਆਪਾਂ ਪਰਮੇਸ਼ਰ ਦੇ ਚਰਨਾਂ 'ਚ ਜੁੜਨਾ ਹੈ। ਆਹ ਸਤਿਗੁਰ ਹੈ, ਗੁਰ ਹੈ। ਉਹ ਸਾਰਾ ਕੁਛ ਆਪਾਂ ਦੱਸ ਕੇ ਦੂਜੇ ਜੀਵ ਨੂੰ ਵੀ ਇਹਨਾਂ ਕਿਰਿਆਵਾਂ 'ਚ ਲੰਘਣਾ ਪੈਣਾ ਹੈ। ਫਿਰ ਜਾ ਕੇ ਤੂੰ ਹਰ ਰਸ ਨੂੰ ਚੱਖ ਸਕਦਾ ਹੈ, ਪਰ ਚੱਖ ਕੇ ਵੀ ਬਿਆਨ ਨਹੀਂ ਕਰ ਸਕਦਾ। ਜਿਵੇਂ ਗੂੰਗਾ ਮਠਿਆਈ ਖਾ ਕੇ ਬਿਆਨ ਨਹੀਂ ਕਰ ਸਕਦਾ। ਗੁਰ ਪੂਰਾ ਹਰ ਪ੍ਰਭ ਸੇਵਿਆ, ਮਨ ਵਜੀ ਵਧਾਈ। ਪੂਰਾ ਗੁਰ, ਹਰੀ ਦੇ ਜਨ ਪੂਰੇ ਗੁਰ ਦੀ ਸੇਵਾ ਕਰਦੇ ਨੇ, ਕਿਉਂਕਿ ਉਸ ਪ੍ਰਭੂ ਨੇ ਉਹਨਾਂ ਨੂੰ ਇੱਕ ਖਜ਼ਾਨਾ ਬਖਸ਼ਿਸ਼ ਕੀਤਾ ਹੈ, ਜਿੱਥੇ ਮਨ ਦੇ ਵਿੱਚ ਵਧਾਈ ਵੱਜਦੀ ਹੈ। ਗੁਰਸਿੱਖਾਂ ਮਨ ਵਧਾਈਆਂ, ਜਿਨ੍ਹਾਂ ਮੇਰਾ ਸਤਿਗੁਰ ਡਿਠਾ ਰਾਮ ਰਾਜੇ। ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ, ਸੋ ਲੱਗੈ ਗੁਰਸਿੱਖਾ ਮਨ ਮਿੱਠਾ। ਹਰ ਦਰਗਾਹ ਗੁਰਸਿੱਖ ਪਹਿਨਾਈਐ, ਜਿਨ੍ਹਾਂ ਮੇਰਾ ਸਤਿਗੁਰ ਤੁਠਾ। ਹਰ ਜਨ ਹਰ ਹਰ ਜਨ, ਹਰ ਦਰਗਾਹ ਗੁਰਸਿੱਖ ਪਹਿਨਾਈਐ, ਜਿਨ੍ਹਾਂ ਮੇਰਾ ਸਤਿਗੁਰ ਤੁਠਾ। ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ, ਉਹਨਾਂ ਨੂੰ ਫਿਰ ਹਰੀ ਦੀ ਦਰਗਾਹ ਦੇ ਵਿੱਚ ਪਹਿਨਾਉਂਦਾ ਹੈ। ਗੁਰ ਪੂਰੈ ਹਰ ਪ੍ਰਭ ਸੇਵਿਆ, ਮਨ ਵਜੀ ਵਧਾਈ। ਇਹਦਾ ਮਨ ਦੇ ਵਿੱਚ ਫਿਰ ਵਧਾਈ ਵੱਜਦੀ ਹੈ, ਮਨ ਖੁਸ਼ ਹੁੰਦਾ ਹੈ, ਆਨੰਦ ਹੁੰਦਾ ਹੈ। ਅੱਗੇ ਫਿਰ ਸਲੋਕ ਮਹੱਲਾ ਚੌਥਾ, 18 ਪੌੜੀਆਂ ਤੱਕ ਵਿਚਾਰ ਲਈ ਹੈ। ਅੱਗੇ 19ਵੀਂ ਪੌੜੀ ਦੇ ਸਲੋਕ ਨੇ। ਜਿਨ੍ਹਾਂ ਅੰਦਰ ਉਮਰਥਲ, ਸਈ ਜਾਣਨ ਸੂਲੀਆਂ। ਸੂਲੀਆਂ ਵੀ ਉਹੀ ਜਾਣਦੇ ਨੇ, ਜਿਨ੍ਹਾਂ ਦੇ ਅੰਦਰ ਉਸ ਪ੍ਰਭੂ ਨੂੰ ਮਿਲਣ ਦਾ ਚਾਅ ਹੈ, ਕਿ ਔਖਿਆਈਆਂ ਵੀ ਆਉਂਦੀਆਂ ਨੇ। ਹਰ ਜਾਣੈ ਸਈ ਬਿਰਹੋ, ਹੋਂ ਤਿਨ ਬਿਟੋ ਸਦ ਘੁਮ ਕੋਲੀਆਂ। ਜਿਸ ਰਸਤੇ 'ਤੇ ਦੁੱਖ ਆਉਂਦੇ ਨੇ,
ਤੇ ਸਤਿਗੁਰੂ ਸਮਝਾਉਂਦੇ ਨੇ ਵੀ ਜਿਹੜੇ ਸਾਰਾ ਕੁਝ ਸਹਿਣ ਨੂੰ ਤਿਆਰ ਨੇ ਪ੍ਰਭੂ ਨੂੰ ਮਿਲਣ ਦੇ ਵਾਸਤੇ, ਜਿਨ੍ਹਾਂ ਦੇ ਅੰਦਰ ਚਾਅ ਹੈ, ਜਿਨ੍ਹਾਂ ਦੇ ਅੰਦਰ ਇੱਕ ਲਗਨ ਪੈਦਾ ਹੋਈ ਹੈ, ਕਿਉਂਕਿ ਫਿਰ ਪਰਮੇਸ਼ਰ ਜਾਣਦਾ ਹੈ, ਹਰੀ ਜਾਣਦਾ ਹੈ ਕਿ ਇਹਨਾਂ ਦੇ ਅੰਦਰ ਵਿਜੋਗ ਹੈ, ਬਿਰਹਾ ਹੈ, ਕਿਉਂਕਿ ਇਹ ਕੁਛ ਵੀ ਸਹਿਣ ਨੂੰ ਤਿਆਰ ਨੇ, ਕਿਉਂਕਿ ਇਹਨਾਂ ਦੇ ਅੰਦਰ ਬਿਰਹਾ ਹੈ, ਵਿਜੋਗ ਹੈ। ਇਸ ਕਰਕੇ ਇਹਨਾਂ ਦੇ ਅੰਦਰ ਮਿਲਾਪ ਦੀ ਤੜਫ ਹੈ। ਇਹਨਾਂ ਨੂੰ ਪਤਾ ਚੱਲ ਗਿਆ ਹੈ ਕਿ ਸਾਡਾ ਪ੍ਰਭੂ ਦੇ ਨਾਲ ਵਿਜੋਗ ਹੈ, ਇਹਨਾਂ ਦੇ ਅੰਦਰ ਬਿਰਹਾ ਹੈ। ਇਸ ਕਰਕੇ ਪ੍ਰਭੂ ਫਿਰ ਜਾਣਦਾ ਹੈ, ਕਿਉਂਕਿ ਉਸ ਤੋਂ ਕੁਛ ਵੀ ਛੁਪਿਆ ਨਹੀਂ ਹੈ। ਪਰ ਉਹ ਹੀ ਮਿਲਦੇ ਨੇ ਪ੍ਰਭੂ ਨੂੰ ਜਿਨ੍ਹਾਂ ਦੇ ਅੰਦਰ ਪ੍ਰਭੂ ਨੂੰ ਮਿਲਣ ਦਾ ਇੱਕ ਮਨੋਂ ਅੰਦਰੋਂ ਇੱਕ ਭਾਵਨਾ ਪੈਦਾ ਹੁੰਦੀ ਹੈ। ਉਹ ਵੀ ਪ੍ਰਬਲ, ਜਿਹੜੀ ਪ੍ਰਬਲ ਭਾਵਨਾ ਆਪਾਂ ਕਹਿ ਸਕਦੇ ਹਾਂ। ਕੁਛ ਵੀ ਸਹਿਣ ਨੂੰ ਤਿਆਰ ਹੁੰਦੇ ਨੇ ਤੇ ਉਹ ਫਿਰ ਪਰਮੇਸ਼ਰ ਵੀ ਜਾਣਦਾ ਹੈ, ਤੇ ਉਹ ਫਿਰ ਐਸੇ ਜੀਵਾਂ ਤੋਂ ਸਤਿਗੁਰੂ ਸਮਝਾਉਂਦੇ ਨੇ ਕਿ ਬਲਿਹਾਰੇ ਜਾਂਦੇ ਹਾਂ। ਹਰ ਮੇਲੋ ਸੱਜਣ ਪੁਰਖ ਮੇਰਾ, ਸਿਰ ਤਿੰਨ ਵਿਟੋਂ ਤਲ ਰੋਲੀਆਂ। ਕਿਸ ਅਵਸਥਾ ਤੱਕ ਚਲੇ ਜਾਂਦੇ ਨੇ ਐਸੇ ਜੀਵ ਕਿ ਹੈ ਪ੍ਰਭੂ ਐਸਾ ਕੋਈ ਸੱਜਣ ਮਿਲੋ ਜਿਹੜਾ ਤੇਰੇ ਨਾਲ ਮਿਲਾਪ ਕਰਵਾ ਦੇਵੇ। ਅਸੀਂ ਆਪਣਾ ਸਿਰ ਉਹਨਾਂ ਦੇ ਪੈਰਾਂ ਦੇ ਵਿੱਚ ਰੱਖ ਦਿਆਂਗੇ, ਰੋਲ ਦਿਆਂਗੇ, ਆਪਾਂ ਵਾਰ ਦਿਆਂਗੇ, ਪਰ ਕੋਈ ਐਸਾ ਸੱਜਣ ਸਾਨੂੰ ਮਿਲਾ ਦਿਓ ਜਿਹੜਾ ਤੇਰੇ ਨਾਲ ਮਿਲਾ ਸਕਦਾ ਹੋਵੇ, ਜਿਹੜਾ ਤੇਰਾ ਗਿਆਨ ਦੇ ਸਕਦਾ ਹੋਵੇ। ਜੋ ਸਿੱਖ ਗੁਰ ਕਾਰ ਕਮਾਵੇ, ਹੋਂ ਗੁਲਮ ਤੇ ਨਾ ਕਾ ਗੋਲੀਆਂ। ਜਿਹੜਾ ਸਿੱਖ ਗੁਰ ਦੀ ਕਾਰ ਕਮਾਉਂਦਾ, ਜਿਹੜਾ ਗੁਰ ਦਾ ਗਿਆਨ ਦਿੰਦਾ ਹੈ, ਤੇ ਅਸੀਂ ਉਹਨਾਂ ਦੇ ਗੁਲਾਮ ਹਾਂ, ਉਹਨਾਂ ਦੇ ਗੋਲੇ ਹਾਂ। ਸਾਨੂੰ ਗੋਲੇ ਬਣ ਜਾਵਾਂਗੇ। ਤੂੰ ਐਸੇ ਸੱਜਣ ਨੂੰ ਮਿਲਾ ਦੇ ਜਿਹੜਾ ਤੇਰੇ ਨਾਲ ਮਿਲਾਪ ਕਰਵਾ ਦੇਵੇ, ਕਿਉਂਕਿ ਅੰਦਰ ਉਹ ਮਾੜਾ ਹੈ, ਪ੍ਰਭੂ ਨੂੰ ਮਿਲਣ ਦਾ ਚਾਅ ਹੈ। ਹਰ ਰੰਗ ਚੁਰੂਲਾ ਜੋ ਰਤੇ, ਤਿੰਨ ਭਿੰਨੀ ਹਰ ਰੰਗ ਚੋਲੀਆਂ। ਹਰੀ ਦਾ ਰੰਗ ਹੈ, ਉਹ ਚਲੂਲੇ ਰੰਗ ਦੇ ਵਿੱਚ ਜੋ ਰਤਿਆ ਜਾਂਦਾ ਹੈ, ਤੇ ਉਹਨਾਂ ਦਾ ਜਿਹੜਾ ਚੋਲਾ ਹੈ ਨਾਮ ਰੂਪ ਦੇ ਵਿੱਚ ਭਿੱਜ ਜਾਂਦਾ ਹੈ। ਜਿਹੜਾ ਕਾਇਆ ਦਾ ਚੋਲਾ ਹੈ, ਜਿਸ ਨੂੰ ਆਪਾਂ ਕੰਚਨ ਕਾਇਆ ਕਹਿੰਦੇ ਹਾਂ, ਉਹ ਚੋਲਾ ਨਾਮ ਦੇ ਵਿੱਚ ਰੰਗਿਆ ਜਾਂਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ ਕਾਇਆ ਰੰਗਨ ਜੇਤੀਏ ਪਿਆਰੇ, ਪਾਈਏ ਨੌ ਮਜੀਠ। ਕਰ ਕਿਰਪਾ ਨਾਨਕ ਮੇਲ ਗੁਰ ਪੈ, ਸਿਰ ਵੇਚਿਆ ਮੋਲੀਆਂ। ਫਿਰ ਆਪ ਹਰੀ ਕਿਰਪਾ ਕਰਦਾ ਹੈ, ਗੁਰ ਦਾ ਮੇਲ ਕਰਵਾ ਦਿੰਦਾ ਹੈ। ਜਿੱਥੇ ਜੀ ਫਿਰ ਆਪਣਾ ਸਿਰ ਵੇਚ ਦਿੰਦਾ ਹੈ, ਆਪਣੀ ਮੱਤ ਛੱਡ ਦਿੰਦਾ ਹੈ, ਆਪਾ ਸੌਂਪ ਦਿੰਦਾ ਹੈ, ਤਨ ਮਨ ਧਨ ਸੌਂਪ ਗੁਰ ਕੋ। ਪਰ ਇੱਕ ਅਵਸਥਾ ਹੁੰਦੀ ਹੈ ਕਿ ਸਾਨੂੰ ਕੁਛ ਵੀ ਕਰਨਾ ਪੈ ਜਾਵੇ, ਸਾਨੂੰ ਕੋਈ ਐਸਾ ਸੱਜਣ ਮਿਲਾ ਦੇ ਜਿਹੜਾ ਤੇਰੇ ਨਾਲ ਮਿਲਾਪ ਕਰਵਾ ਦੇਵੇ, ਜਿਹੜਾ ਸਾਨੂੰ ਗੁਰ ਦਾ ਗਿਆਨ ਦੇ ਦੇਵੇ। ਫਿਰ ਪ੍ਰਭੂ ਆਪ ਕਿਰਪਾ ਕਰਕੇ ਫਿਰ ਗੁਰ ਮਿਲਾਉਂਦਾ ਹੈ, ਜਿਹਦੇ ਕੋਲ ਫਿਰ ਅਸੀਂ ਆਪਣਾ ਸਿਰ ਦੇ ਦਿੰਦੇ ਹਾਂ, ਸਿਰ ਵੇਚ ਦਿੰਦੇ ਹਾਂ। ਸਤਿਗੁਰ ਕੋ ਸੀਸ ਭੇਟ ਦੇਵੋ, ਜੇ ਸਾਚਾ ਸਤਿਗੁਰ ਪਾਵੇ। ਅਸੀਂ ਸੀਸ ਵੀ ਭੇਟ ਦਿੰਦੇ, ਪਰ ਤਾਂ ਵੀ ਸਾਡਾ ਸੀਸ ਦੀ ਭੇਟ ਵੀ ਤਾਂ ਹੀ ਚੜ੍ਹਦੀ ਹੈ ਜੇ ਉਸ ਨੂੰ ਪਾਉਂਦਾ ਹੈ। ਜੇ ਉਸ ਨੂੰ ਨਹੀਂ ਪਾਉਂਦਾ, ਸਤਿਗੁਰ ਆਗੇ ਸੀਸ ਭੇਟ ਦੇਵੋ, ਜੇ ਸਾਚਾ ਸਤਿਗੁਰ ਪਾਵੇ। ਜੇ ਉਸ ਨੂੰ ਪਾਵੇਗਾ। ਅਗਲਾ ਸ਼ਲੋਕ ਹੈ ਮਹੱਲੇ ਚੌਥੇ ਦਾ।
ਔਗਣੀ ਭਰਿਆ ਸਰੀਰ ਹੈ, ਕਿਉਂ ਸੰਤ ਹੋ ਨਿਰਮਲ ਹੋਏ। ਹੁਣ ਸਵਾਲ ਕਰ ਦਿੱਤਾ ਹੈ, ਜੇ ਪ੍ਰਭੂ ਕਿਰਪਾ ਕਰਦਾ ਹੈ, ਸੰਤ ਜਨਾਂ ਦਾ ਮਿਲਾਪ ਕਰਵਾ ਦਿੰਦਾ ਹੈ, ਕਿਉਂਕਿ ਸੰਤਾਂ ਦੁਆਰਾ ਆਪਣਾ ਗਿਆਨ ਦਿੰਦਾ ਹੈ, ਗਿਆਨ ਦਾ ਸੁਰਮਾ ਨੇਤਰਾਂ ਦੇ ਵਿੱਚ ਪਾਉਂਦਾ ਹੈ, ਤੇ ਉਸ ਨੂੰ ਸੌਂਪ ਕੇ ਫਿਰ ਬੇਨਤੀ ਕੀ ਕਰਦੇ, ਸੰਤਾਂ ਦੇ ਕੋਲ ਬੇਨਤੀ ਕੀ ਕਰਦਾ ਹੈ ਕਿ ਸਰੀਰ ਮੇਰਾ ਔਗਣੀ ਭਰਿਆ ਹੈ, ਕਿਵੇਂ ਇਹ ਨਿਰਮਲ ਹੋਵੇ। ਕਿਉਂਕਿ ਸਰੀਰ ਦੇ ਵਿੱਚ ਔਗਣ ਹੀ ਔਗਣ ਨੇ। ਕਿੱਥੇ ਔਗਣ ਨੇ? 9 ਦਰਾਂ ਦੇ ਉੱਤੇ, ਤੇ 10ਵੇਂ ਦੇ ਵਿੱਚ ਗੁਣ ਨੇ। ਗੁਣ ਉਦੋਂ ਤੱਕ ਪ੍ਰਗਟ ਨਹੀਂ ਹੁੰਦੇ ਜਦ ਤੱਕ ਅਸੀਂ ਗੁਰ ਸ਼ਬਦ ਦੀ ਵਿਚਾਰ ਨਹੀਂ ਕਰਦੇ, ਗੁਰ ਦਾ ਗਿਆਨ ਲੈ ਕੇ ਆਪਣੇ ਮਨ ਵਿੱਚ ਵਸਾ ਕੇ ਕਮਾਉਂਦੇ ਨਹੀਂ। ਮਹਾਰਾਜ ਸਮਝਾਉਂਦੇ ਨੇ, ਆਪ ਗੁਣੀ ਭਰਪੂਰ ਹੈ, ਗੁਣ ਭੀ ਵਸੈ ਨਾਲ, ਬਿਨ ਸਤਿਗੁਰ ਗੁਣ ਨਾ ਜਾਪਣੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਉਹ ਤੱਕ ਗੁਣ ਨਹੀਂ ਪ੍ਰਾਪਤ ਹੁੰਦੇ। ਇਸ ਕਰਕੇ ਸਤਿਗੁਰ ਸਮਝਾਉਂਦੇ ਨੇ, ਇੱਥੇ ਬੇਨਤੀ ਕੀਤੀ ਹੈ, ਔਗਣੀ ਭਰਿਆ ਸਰੀਰ ਹੈ, ਕਿਉਂ ਸੰਤੋ ਨਿਰਮਲ ਹੋਏ। ਕਿਵੇਂ ਸੰਤੋ? ਇਹ ਦੱਸੋ ਕਿਵੇਂ ਨਿਰਮਲ ਹੋਵੇ। ਤਾਂ ਸਰੀਰ ਸਾਡਾ ਔਗਣਾਂ ਦਾ ਭਰਿਆ ਹੋਇਆ ਹੈ। ਗੁਰਮੁਖ ਗੁਣ ਵਿਹਾਜੀਐ, ਮਲ ਹਉ ਮੈਂ ਕੱਢੈ ਤੋਏ। ਤੇ ਜਿਹੜੇ ਗੁਰਮੁਖ ਨੇ ਉਹਨਾਂ ਕੋਲ ਗੁਣ ਰੱਖੇ ਨੇ ਪ੍ਰਭੂ ਨੇ, ਉਹਨਾਂ ਤੋਂ ਗੁਣ ਵਿਹਾਜਾਂਗੇ ਤੇ ਮਨ, ਸਾਡੇ ਮਨ ਦੀ ਮੈਲ ਜਿਹੜੀ ਹੈ ਉਹ ਧੋ ਕੇ ਕੱਢ ਦੇਣਗੇ, ਮਨ ਨੂੰ ਨਿਰਮਲ ਕਰ ਦੇਣਗੇ। ਜਿਹੜੀ ਹਉਮੈ ਦੀ ਮੈਲ ਲੱਗੀ ਹੈ ਉਹ ਖਤਮ ਹੋ ਜਾਏਗੀ, ਕਿਉਂਕਿ ਜਿਹੜਾ ਮਨ ਅਸਥੂਲ ਹੈ, ਜਦੋਂ ਪ੍ਰਕਾਸ਼ ਹੋ ਜਾਂਦਾ ਹੈ ਉਦੋਂ ਹੀ ਇਹ ਮੈਲ ਖਤਮ ਹੋ ਜਾਂਦੀ ਹੈ। ਇੱਕ ਸਾਡੇ 'ਤੇ ਨਿਰਭਰ ਹੁੰਦਾ ਕਿ ਅਸੀਂ ਕਿੰਨੇ ਵਿਸ਼ਵਾਸ ਦੇ ਨਾਲ, ਕਿੰਨੇ ਭਾਵ ਦੇ ਨਾਲ ਕਰਦੇ ਹਾਂ। ਇਹ ਸਹਿਸਾ ਮੂਲ ਹੈ ਨਾਹੀ, ਭਾਉ ਲਾਏ ਜਨ ਕੋਏ, ਏਕ ਜੋਤ ਦੋ ਮੂਰਤੀ ਸ਼ਬਦ ਮਿਲਾਵਾ ਹੋਏ। ਮਹਾਰਾਜ ਸਮਝਾਉਂਦੇ ਨੇ, ਸਤਿਗੁਰ ਕੋ ਜਿਹਾ ਕੋ ਜਾਣਿਆ, ਤਿਹੋ ਜਿਹਾ ਸੁਖ ਹੋਏ। ਇਹ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ, ਏਕ ਜੋਤ ਦੋ ਮੂਰਤੀ ਸ਼ਬਦ ਮਿਲਾਵਾ ਹੋਏ। ਕਿ ਭਾਉ ਅਸੀਂ ਲਾਉਣਾ ਹੈ। ਜੇ ਕੋਈ ਭਾਉ ਲਾਉਂਦਾ ਹੈ ਫਿਰ ਅਸੀਂ ਦੋ ਹੋਵਾਂਗੇ, ਲੇਕਿਨ ਸਾਡੀ ਮੂਰਤ ਇੱਕ ਹੋ ਜਾਂਦੀ। ਪਰਮੇਸ਼ਰ ਵੀ ਅਕਾਲ ਮੂਰਤ ਤੇ ਅਸੀਂ ਵੀ ਅਕਾਲ ਮੂਰਤ ਹੋ ਜਾਂਦੇ ਹਾਂ। ਹਉਮੈ ਖਤਮ ਹੋ ਜਾਂਦੀ ਹੈ। ਸੱਚ 49 ਰੰਗ ਸਿਓ, ਸੱਚ ਸੌਦਾ ਹੋਏ। ਸੱਚ ਬਣਦੇ ਨੇ ਕਿਵੇਂ? ਸੱਚ ਦੇ ਰੰਗ ਨੂੰ ਚੜਾਉਣਾ ਹੈ। ਮਨ ਦੀ ਹਉਮੈ ਖਤਮ ਹੋ ਜਾਂਦੀ ਹੈ ਤੇ ਰੰਗ ਚੜ੍ਹਨਾ ਕਿਹੜਾ ਸ਼ੁਰੂ ਹੋ ਜਾਂਦਾ ਹੈ? ਸੱਚ ਦਾ। ਕਿਹੋ ਜਿਹਾ ਰੰਗ ਹੈ ਸੱਚ ਦਾ? ਹੀਰੇ ਦੀ ਤਰ੍ਹਾਂ। ਜਿਹੋ ਜਿਹਾ ਹੀਰਾ ਹੁੰਦਾ ਹੈ, ਇਹੋ ਜਿਹਾ ਰੰਗ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਹੀਰਾ ਜਿਹੜਾ ਹੈ, ਹੀਰੇ ਦੀ ਕਿਉਂ ਇੰਨੀ ਕੀਮਤ ਹੈ? ਕਿਉਂਕਿ ਹੀਰਾ ਕਦੇ ਪੁਰਾਣਾ ਨਹੀਂ ਹੁੰਦਾ, ਚਮਕਦਾ ਰਹਿੰਦਾ ਹੈ, ਚਮਕ ਨਹੀਂ ਘਟਦੀ। ਇਸ ਕਰਕੇ ਇੱਦਾਂ ਹੀ ਸਾਡਾ ਮਨ ਜਦੋਂ ਇੱਕ ਵਾਰੀ ਚਮਕ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ ਹੈ, ਫਿਰ ਚਮਕਦਾ ਹੀ ਰਹਿੰਦਾ ਹੈ। ਇਹ ਫਿਰ ਸੱਚਾ ਸੌਦਾ ਹੈ। ਤੋਟਾ ਮੂਲ ਨਾ ਬਈ, ਲਾਹਾ ਹਰ ਪਾਵੇ ਸੋਏ। ਜਦੋਂ ਇਹ ਵਣਜ ਕਰਦੇ ਹਾਂ, ਇਹ ਹਰੀ ਨੂੰ ਪਾਉਂਦਾ ਹੈ। ਫਿਰ ਹਰੀ ਸਾਨੂੰ ਤੋਟ ਨਹੀਂ ਆਉਣ ਦਿੰਦਾ। ਇਹ ਖਜ਼ਾਨਾ ਬਖਸ਼ਦਾ ਹੈ। ਜਿੰਨਾ ਮਰਜ਼ੀ ਵਣਜ ਕਰੀ ਜਾਈਏ, ਪਰ ਵਣਜ ਕਿਹੜਾ ਕਰਨਾ ਹੈ? ਗੱਲਾਂ ਦਾ ਨਹੀਂ ਕਿ ਆਓ ਮਨ ਨੂੰ ਕਿਵੇਂ ਹਰੀ ਦੇ ਰੰਗ ਵਿੱਚ ਰੰਗਣਾ ਹੈ, ਨਾਮ ਦੇ ਰੰਗ ਦੇ ਵਿੱਚ ਰੰਗਣਾ ਹੈ। ਇਹ ਰੰਗ, ਇਹ ਸੌਦਾ ਜਿਹੜਾ ਹੈ ਪ੍ਰਭੂ ਨੂੰ ਪਾਉਂਦਾ ਹੈ। ਜੇ ਆਪਾਂ ਸਿਰਫ ਗੱਲਾਂ ਹੀ ਮਾਰਾਂਗੇ, ਇਹ ਪ੍ਰਭੂ ਨੂੰ ਨਹੀਂ ਪਾਉਂਦੀਆਂ। ਨਾਨਕ ਤਿੰਨ ਸੱਚ 49, ਜਿਨ੍ਹਾਂ ਧੁਰ ਲਿਖਿਆ ਪ੍ਰਾਪਤ ਹੋਏ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਸੱਚ ਨੂੰ ਵਣਜਿਆ ਕਿਸ ਨੇ? ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪ ਧੁਰੋਂ ਲਿਖਿਆ ਹੈ, ਉਹਨਾਂ ਨੂੰ ਇਹ ਪ੍ਰਾਪਤ ਹੋਇਆ ਹੈ ਖਜ਼ਾਨਾ। ਉਹ ਫਿਰ ਸੱਚ ਨੂੰ ਵਣਜਦੇ ਨੇ। ਉਹ ਦੱਸਦੇ ਨੇ ਕਿਵੇਂ ਆਪਾਂ, ਕਿੱਥੇ ਨਾਮ ਦਾ ਰੰਗ ਹੈ,
किसने देना है, किवें आपां उस रंग दे विच अपने मन नूं रंगना है। आओ अगे पौड़ी है 19वीं। सालाही सच सलाहना, सच सच्चा पुरख निराले। कहंदे सलाह किस दी करनी है? सच दी। वही सच्चा पुरख है, वो निराला है, वो त्रै गुणा तो निराला है, वो प्रकाश है, वो अनुभव है। उसनूं सलाउणा है। सच सेवी सच मन वसै, सच सच्चा हर रखवाले। सच मन दे विच वसिया है, सच दी सेवा करनी है, ते वो सच ही साडा रखवाला है। आप परमेश्वर अपने जनां दा रखवाला है, पर किन्हां दा? जेड़े आप जिन्हां नूं आप प्रभु एक खजाना बख्शदा है, जेड़े फिर उस प्रभु दी सिफत सलाह करते ने। सच सच्चा जिनी आराध्या, से जाए रले सच नाले। हुण सच्चा है जो सच नूं आराधदा है, वो जाके उस दे नाल ही रल जांदा, एक मिक हो जांदा है। जोत प्रभु दी जोत दे विच समा जांदी है, एक हो जांदे हैं। सच सच्चा जिनी ना सेविया, से मनमुख मूड़ बेताले। ते जिहड़ा सच नूं सच्चे नूं नहीं सेवदा, वो मूर्ख है, वो बेताला है, उसनूं कोई सोझी नहीं है, मूर्ख है। क्योंकि हुण सच नूं आराध हो सकदा है जिस ते किरपा करेगा वो, ते दूजा सच नूं नहीं आराधदा। पर महाराज सुणाउंदे ने भी जिन्ना सच्चा नहीं आराध्या वो मूर्ख ने, बेताले ने। क्यों क्या है? क्योंकि आपां उस मार्ग ते चलना हुंदा है जिथे जाके आपां सच नूं आराध सकते हैं। कोई भी चीज़ जिवें आपां देखते हैं संसार दे विच, कोई डॉक्टर बनता है, इंजीनियर बनता है, जज बनता है, पर आप इक्को समय नहीं बन जाता। क्योंकि पहला प्राइमरी सिक्ख्या लैंदा है, फिर हाई स्किल सिक्ख्या लैंदा है स्कूलों दे विच, फिर यूनीवर्सिटियां दे विच जांदा है, पढ़ता है। वो प्रक्रिया चो लंघ के फिर जाके ये प्राप्ति हुंदी है। इदां ही पहला संगत विच आउंदा है जीव, ज्ञान लैंदा है, गुर दा ज्ञान लैंदा है, गुर दी सेवा करता है, गुर नूं पाओ करके सेवदा है, फिर जाके सतगुर दा मिलाप हुंदा है, फिर सतगुर सच दे सन्मुख कर दिंदा है प्रभु दे, फिर असीं सच नूं आराधदे हां। पर जदों आपां गुर लै लैंदे हां, गुर नूं ध्याउणा शुरू कर दिंदे हां, तो उत्थे गुर परमेश्वर फिर सब कुछ एक ही है। क्योंकि ये जिहड़ा एक पदवी है, ड्यूटी है, ये प्रभु ने ही लाउणी हुंदी है, जिन्हां ते किरपा करदा है। पर जे आपां गुरबाणी नूं समझांगे, जदों असीं गुर नूं ध्याउणा शुरू करदे हां, गुर नूं हिरदे 'च वसा लैंदे हां, उत्थों ही आपां प्रवान हो जाते हैं, उत्थों ही आपां प्रभु नूं पा जाते हैं। फिर आपां नूं सच दा ज्ञान है, सारा कुछ है, लेकिन आपां जोग हाँ, पर फिर भी प्रभु दी मौज है कि किस नूं उसने लाउणा है, किस दी ड्यूटी लाउणी है। जिवें संसार दे विच देखते हैं, किस दी कोई किसी दी ड्यूटी लाउंदा है, जिवें अपनी सरकार बनी है, किसी नूं कोई अहुदा मिलिया है, किसी कोई मंत्री पद मिलिया है। इदां ही इस मार्ग दे है। वो आल पताल मुँहों बोले, ज्यों पीते मदवत वाले।
ਜਿਹੜੇ ਸੰਗਤ 'ਚ ਨਹੀਂ ਆਉਂਦੇ, ਗਿਆਨ ਨਹੀਂ ਲੈਂਦੇ, ਸੱਚ ਦੀ ਸੇਵਾ ਵੱਲ ਨੂੰ ਤੁਰਨਾ ਨਹੀਂ ਚਾਹੁੰਦੇ, ਉਹ ਆਲ ਪਤਾਲ ਦੀਆਂ ਗੱਲਾਂ ਕਰਦੇ ਨੇ, ਮੂੰਹੋਂ ਬੋਲਦੇ ਨੇ। ਇੱਦਾਂ ਬੋਲਦੇ ਨੇ ਜਿਵੇਂ ਉਹਨਾਂ ਨੇ ਕੋਈ ਨਸ਼ਾ ਪੀਤਾ ਹੈ। ਪਰ ਇਹ ਗੱਲਾਂ ਕਿਹਨਾਂ ਨੂੰ ਪਤਾ ਚੱਲਦੀਆਂ ਨੇ? ਜਿਹੜੇ ਇਸ ਮਾਰਗ 'ਤੇ ਚੱਲਦੇ ਨੇ, ਜਿਹੜੇ ਸੱਚ ਨੂੰ ਧਿਆਉਂਦੇ ਨੇ, ਜਿਹੜੇ ਗੁਰ ਨੂੰ ਆਰਾਧਦੇ ਨੇ, ਸਤਿਗੁਰ ਦੀ ਸੇਵਾ ਕਰਦੇ ਨੇ, ਜਿਨ੍ਹਾਂ ਨੂੰ ਗੁਰ ਦੀ ਸਤਿਗੁਰ ਦੀ ਵਡਿਆਈ ਪਾਉਂਦੀ ਹੈ। ਜਿਹੜੇ ਮਨਮੁਖ ਲੋਕ ਨੇ ਉਹਨਾਂ ਨੂੰ ਉਹੀ ਗੱਲਾਂ ਬਹੁਤ ਵਧੀਆ ਲੱਗਦੀਆਂ ਨੇ। ਉਹ ਉੱਥੇ ਉਸ ਨੂੰ ਬੜਾ ਗਿਆਨਵਾਨ ਸਮਝਦੇ ਨੇ, ਕਿਉਂਕਿ ਉਸ ਨੂੰ ਸੁਣਨ ਵਾਲੇ ਵੀ ਅਗਿਆਨੀ ਹੁੰਦੇ ਨੇ ਅਤੇ ਗਿਆਨ ਦੇਣ ਵਾਲਾ ਵੀ ਅਗਿਆਨੀ ਹੁੰਦਾ ਹੈ। ਇਸ ਕਰਕੇ ਉਹਨਾਂ ਨੂੰ ਨਹੀਂ ਲੱਗਦਾ ਵੀ ਇਹ ਆਲ ਪਤਾਲ ਬੋਲਦਾ। ਲੇਕਿਨ ਜਿਹੜੇ ਇਸ ਮਾਰਗ 'ਤੇ ਚੱਲਣ ਵਾਲੇ ਜੀਵ ਨੇ, ਉਹ ਸੋਚਦੇ ਨੇ ਵੀ ਇਸ ਨੇ ਕੋਈ ਨਸ਼ਾ ਖਾਧਾ ਹੈ, ਇਹ ਕੀ ਬੋਲੀ ਜਾ ਰਿਹਾ ਹੈ। ਸਤਿਗੁਰੂ ਤਾਂ ਗੁਰਬਾਣੀ ਦੇ ਵਿੱਚ ਕੀ ਕਹਿ ਰਹੇ ਨੇ, ਕੀ ਉਪਦੇਸ਼ ਕਰ ਰਹੇ ਨੇ, ਅਤੇ ਇਹ ਕੀ ਕਰ ਰਿਹਾ ਹੈ। ਉਹਨਾਂ ਜੀਵਾਂ ਨੂੰ ਫਿਰ ਇਹ ਅਨੁਭਵ ਹੁੰਦਾ ਹੈ, ਇਹ ਅਹਿਸਾਸ ਹੁੰਦਾ ਹੈ ਕਿ ਇਹ ਕੋਈ ਮੂਰਖ ਹੈ, ਕੋਈ ਹੰਕਾਰ ਦਾ ਨਸ਼ਾ ਹੈ ਇਸ ਨੂੰ ਚੜ੍ਹਿਆ, ਗਿਆਨ ਦਾ ਨਸ਼ਾ ਚੜ੍ਹਿਆ ਹੈ। ਇਸ ਕਰਕੇ ਇਹ ਆਲ ਪਤਾਲ ਬੋਲੀ ਜਾ ਰਿਹਾ ਹੈ। ਇੱਥੇ ਤੱਕ ਆਪਾਂ 19 ਪੌੜੀਆਂ ਇਸ ਵਾਰ ਦੀਆਂ ਵਿਚਾਰ ਲਈਆਂ ਹਨ। ਆਓ ਅੱਗੇ ਸ਼ਲੋਕ ਮਹੱਲੇ ਤੀਜੇ ਦਾ। ਹੁਣ ਤੱਕ ਸਾਰੇ ਮਹੱਲੇ ਚੌਥੇ ਦੇ ਹੀ ਸ਼ਲੋਕ ਆਏ ਨੇ, ਪੌੜੀ ਵੀ ਮਹੱਲੇ ਚੌਥੇ ਦੀ ਸੀ 19 ਪੌੜੀਆਂ ਤੱਕ। ਹੁਣ 20ਵੀਂ ਪੌੜੀ ਦਾ ਜਿਹੜਾ ਸ਼ਲੋਕ ਹੈ, ਮਹੱਲਾ ਹੈ ਤੀਜੇ ਦਾ ਹੈ। ਸ਼ਲੋਕ ਮਹੱਲਾ ਤੀਜਾ। ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ। ਗੌੜੀ ਰਾਗ ਆਪਾਂ ਵਿਚਾਰ ਰਹੇ ਹਾਂ। ਗੌੜੀ ਰਾਗ ਜਿਹੜੇ ਜੀਵ ਵਿਚਾਰਦੇ ਨੇ, ਗਾਉਂਦੇ ਨੇ, ਸਮਝਦੇ ਨੇ, ਕੌਣ ਕਰ ਸਕਦੇ ਨੇ? ਸੁਲੱਖਣੀ, ਜਿਨ੍ਹਾਂ ਦੇ ਉਹ ਲੱਖਣ ਨੇ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਉਹ ਕਰਮ ਕਰਦੇ ਨੇ ਜਿਹੜੇ ਪ੍ਰਭੂ ਨੂੰ ਪਾਉਂਦੇ ਨੇ, ਉਹਨਾਂ ਦੇ ਵਾਸਤੇ ਫਿਰ ਗੌੜੀ ਰਾਗ ਹੈ। ਜਿਹੜੇ ਖਸਮ ਨੂੰ ਚਿੱਤ ਵਿੱਚ ਵਸਾ ਲੈਂਦੇ ਨੇ। ਜੇ ਖਸਮੈ ਚਿੱਤ ਕਰੇ। ਭਾਣਾ ਚੱਲੈ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ। ਉਹ ਸੁਲੱਖਣੀ ਭਾਗਾਂ ਵਾਲੀ ਦੋ ਤਿੰਨ ਤਰ੍ਹਾਂ ਦੀਆਂ ਇਹ ਅਵਸਥਾਵਾਂ ਹੁੰਦੀਆਂ ਨੇ। ਇੱਕ ਕੁਲੱਖਣੀ ਹੁੰਦੀ ਹੈ, ਇੱਕ ਸੁਲੱਖਣੀ ਹੁੰਦੀ ਹੈ। ਸੁਲੱਖਣੀ ਹੈ ਜਿਹਦੇ ਸ਼ੁਭ ਲੱਖਣ ਹੁੰਦੇ ਨੇ, ਕੁਲੱਖਣੀ ਹੈ ਜਿਸ ਦੇ ਮਾੜੇ ਲੱਖਣ ਹੁੰਦੇ ਨੇ। ਇਸ ਕਰਕੇ ਉਹ ਸ਼ਿੰਗਾਰ ਕਰਦੀ ਹੈ ਕਿਹੜਾ? ਕਿ ਸਤਿਗੁਰੂ ਦੇ ਭਾਣੇ ਵਿੱਚ ਚੱਲਦੀ ਹੈ। ਭਾਣੇ ਚੱਲੈ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ। ਐਸਾ ਸ਼ਿੰਗਾਰ ਕਰਦੀ ਹੈ ਮਨ ਦਾ। ਸੱਚਾ ਸ਼ਬਦ ਪਤਾਰ ਹੈ ਸਦਾ ਸਦਾ ਰਾਵੇ। ਤੇ ਪਤਾਰ ਕਿਸ ਨੂੰ? ਪਤੀ ਕਿਸ ਨੂੰ ਬਣਾਉਂਦੀ? ਸੱਚੇ ਸ਼ਬਦ ਨੂੰ। ਤੇ ਸਦਾ ਸੱਚੇ ਸ਼ਬਦ ਨੂੰ ਪਤਾਰ ਬਣਾ ਕੇ ਉਸ ਨੂੰ ਰੱਬਦੀ ਹੈ, ਉਸ ਦਾ ਸੰਗ ਕਰਦੀ, ਉਸ ਨੂੰ ਪਿਆਰ ਕਰਦੀ ਹੈ। ਸੱਚੇ ਸ਼ਬਦ ਨੂੰ ਭਾਉ ਕਰਦੀ ਹੈ, ਗੁਰੂ ਨੂੰ ਪਿਆਰ ਕਰਦੀ ਹੈ। ਜਿਉਂ ਉਬਲੀ ਮਜੀਠੈ ਰੰਗ ਗਾਹ ਗਾਹ, ਤਿਉਂ ਸੱਚੇ ਨੂੰ ਜਿਉ ਦੇ। ਜਿਸ ਤਰ੍ਹਾਂ ਰੰਗ ਬਹੁਤ ਗਰਮ ਕੀਤਾ ਹੁੰਦਾ, ਆਪਾਂ ਦੇਖਿਆ ਹੋਵੇਗਾ ਲਲਾਰੀ ਦੇ ਕੋਲ ਰੰਗ ਚੜਾਉਂਦੇ ਹਾਂ ਕੱਪੜੇ ਨੂੰ, ਅਤੇ ਲਲਾਰੀ ਪਹਿਲਾਂ ਉਸ ਰੰਗ ਨੂੰ ਉਬਾਲਦਾ ਹੈ, ਫਿਰ ਉਸ ਦੇ ਵਿੱਚ ਕੱਪੜਾ ਪਾ ਦਿੰਦਾ ਹੈ। ਇੱਦਾਂ ਹੀ ਜਿਹੜੇ ਜੀਵ ਫਿਰ ਉਸ ਪ੍ਰਭੂ ਨੂੰ ਪਿਆਰ ਕਰਦੇ ਨੇ, ਭਾਣੇ ਚੱਲਦੇ ਨੇ, ਉਹ ਫਿਰ ਐਵੇਂ ਹੀ ਦੇਖਦੇ ਨਹੀਂ ਦੁੱਖ ਸੁੱਖ, ਕਿਉਂਕਿ ਰੰਗ ਚੜਾਉਣਾ ਹੈ। ਫਿਰ ਆਪਾਂ ਸੌਂਪ ਦਿੰਦੇ ਨੇ, ਭਾਣੇ ਵੀ ਚੱਲਦੇ ਨੇ, ਚਾਹੇ ਦੁੱਖ ਆਵੇ ਸੁੱਖ ਆਵੇ, ਕੁਛ ਵੀ ਹੋਵੇ, ਇਸ ਮਾਰਗ 'ਤੇ ਚੱਲਦੇ, ਲੇਕਿਨ ਪਰਵਾਹ ਨਹੀਂ ਕਰਦੇ। ਆਪਾਂ ਸਮਰਪਿਤ ਕਰ ਦਿੰਦੇ ਹਾਂ। ਰੰਗ ਚਲੂਲਾ ਅਤ ਰੱਤੀ ਸੱਚੇ ਸੋ ਲੱਗਾ ਨੇ। ਫਿਰ ਇੱਦਾਂ ਜਦੋਂ ਆਪਾਂ ਸੌਂਪ ਦਿੰਦੇ ਹਾਂ,
ਫਿਰ ਰੰਗ ਚੜ੍ਹਦਾ ਹੈ, ਉਹ ਚਲੂਲਾ ਰੰਗ ਚੜ੍ਹਦਾ ਹੈ ਜਿੱਥੇ ਮਨ ਫਿਰ ਰਤਿਆ ਜਾਂਦਾ ਹੈ। ਜਿਵੇਂ ਆਪਾਂ ਦੇਖਦੇ ਹਾਂ ਗਰਮ ਰੰਗ ਕੀਤਾ ਹੁੰਦਾ ਹੈ, ਵਿੱਚ ਕੱਪੜਾ ਪਾ ਦਿੰਦੇ ਹਾਂ, ਫਿਰ ਵਿੱਚ ਹੀ ਛੱਡ ਦਿੰਦੇ, ਫਿਰ ਰੰਗ ਵੀ, ਫਿਰ ਉਹ ਪਾਣੀ ਵੀ ਠੰਡਾ ਹੋ ਜਾਂਦਾ ਹੈ, ਕੱਪੜਾ ਵੀ ਠੰਡਾ ਹੋ ਜਾਂਦਾ ਹੈ, ਰੰਗ ਚੜ੍ਹ ਜਾਂਦਾ ਹੈ। ਇੱਦਾਂ ਹੀ ਫਿਰ ਇਹ ਜਿਹੜੇ ਜੀਵ ਉਸ ਦੇ ਵਿੱਚ ਵਸੇ ਰਹਿੰਦੇ ਨੇ, ਸਮਾਏ ਰਹਿੰਦੇ ਨੇ, ਫਿਰ ਉਹ ਰੰਗ ਚੜ੍ਹ ਜਾਂਦਾ ਹੈ ਜਿਹੜਾ ਉਸ ਪ੍ਰਭੂ ਨੂੰ ਪਾਉਂਦਾ ਹੈ। ਫਿਰ ਪਿਆਰ ਕਿਸ ਨਾਲ ਲੱਗਦਾ ਹੈ? ਸੱਚ ਦੇ ਨਾਲ। ਸੱਚੇ ਸੋ ਲੱਗਾ ਨੇ। ਕੂੜ ਠੱਗੀ ਗੁੱਜੀ ਨਾ ਰਹੇ, ਕੂੜ ਮੁਲੰਮਾ ਪਲੇਟ ਤਰਿਓ। ਤੇ ਜਿਹੜੇ ਦੂਜੇ ਪਾਸੇ ਨੇ, ਜਿਨ੍ਹਾਂ ਨੂੰ ਇਹ ਰੰਗ ਨਹੀਂ ਚੜਿਆ, ਜਿਹੜੇ ਸਤਿਗੁਰ ਦੇ ਭਾਣੇ ਵਿੱਚ ਨਹੀਂ ਚੱਲਦੇ, ਪਰ ਬਾਹਰ ਹੀ ਪੇਖ ਕਰਦੇ ਨੇ, ਦੇਖਣ ਨੂੰ ਜਨਾਉਂਦੇ ਸੁਲੱਖਣੀ ਹਨ, ਲੇਕਿਨ ਹੁੰਦੇ ਕੁਲੱਖਣੀ ਹੈ, ਕਿਉਂਕਿ ਤਨ ਦਾ ਸ਼ਿੰਗਾਰ ਕਰਦੇ ਨੇ, ਮਨ ਦਾ ਸ਼ਿੰਗਾਰ ਨਹੀਂ ਕਰਦੇ। ਐਸ਼ੋ ਇਸ਼ਰਤ ਰਾਮ ਦੇ ਵਿੱਚ ਵਿਚਰ ਕੇ ਚਿੱਟੇ ਕੱਪੜੇ ਪਾ ਕੇ ਇਸ ਦਿਖਾਵਾ ਇਹ ਕਰਦੇ ਨੇ ਕਿ ਅਸੀਂ ਉਸ ਪ੍ਰਭੂ ਦੇ ਸੁਹਾਗਣਾ ਹਾਂ, ਉਸ ਪ੍ਰਭੂ ਦੇ ਪਿਆਰੇ ਹਾਂ, ਲੇਕਿਨ ਹੈ ਕੂੜ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ ਪਰ ਪਰਮੇਸ਼ਰ ਕੋਲ ਨਹੀਂ ਚੱਲਦਾ। ਲੋਕਾਂ ਨੂੰ ਆਪਾਂ ਮੂਰਖ ਬਣਾ ਸਕਦੇ ਹਾਂ, ਲੇਕਿਨ ਪਰਮੇਸ਼ਰ ਦੇ ਕੋਲ ਕੁਛ ਵੀ ਗੁੱਝਾ ਨਹੀਂ ਰਹਿੰਦਾ। ਕੂੜ ਠੱਗੀ ਗੁੱਝੀ ਨਾ ਰਹੇ, ਕੂੜ ਮੁਲੰਮਾ ਪਲੇਟ ਤਰਿਓ। ਕੂੜ ਹੈ ਜਿਹੜਾ, ਚਾਹੇ ਆਪਾਂ ਜਿੱਥੇ ਮਰਜ਼ੀ ਦਬਾ ਲਈਏ, ਲੁਕੋ ਲਈਏ, ਗੁੱਝਾ ਨਹੀਂ ਰਹਿੰਦਾ, ਕਿਉਂਕਿ ਉਸ ਤੋਂ ਨਹੀਂ ਛੁਪਾ ਸਕਦੇ। ਕੂੜੀ ਕਰਨ ਵਡਿਆਈਆਂ, ਕੂੜੇ ਸੋ ਲੱਗਾ ਨੇ। ਤੇ ਕਿਉਂਕਿ ਉਹ ਤਾਂ ਕੂੜ ਦੇ ਨਾਲ ਪਿਆਰ ਹੈ, ਕੂੜ ਦੀ ਵਡਿਆਈ ਕਰਦੇ ਨੇ, ਸਰੀਰਾਂ ਤੱਕ, ਤ੍ਰੈ ਗੁਣਾ ਤੱਕ ਵਡਿਆਈ ਕਰਦੇ ਨੇ। ਸੱਚ ਦੀ, ਨਿਰੰਕਾਰ ਦੀ, ਪਰਮੇਸ਼ਰ ਦੀ ਕਿਵੇਂ ਉਸ ਦੇ ਵਿੱਚ ਰੰਗਣਾ ਹੈ, ਕਿਹੜਾ ਵਣਜ ਕਰਨਾ ਹੈ, ਐਸਾ ਉਹਨਾਂ ਨੂੰ ਗਿਆਨ ਨਹੀਂ ਹੈ। ਇਸ ਕਰਕੇ ਕੂੜ ਦੇ ਨਾਲ ਪਿਆਰ ਹੈ, ਕੂੜ ਦੀ ਵਡਿਆਈ ਕਰਦੇ ਹਨ। ਨਾਨਕ ਸੱਚਾ ਆਪ ਹੈ, ਆਪੇ ਨਦਰ ਕਰੇ। ਤੇ ਪਰਮੇਸ਼ਰ ਆਪ ਸੱਚਾ ਹੈ, ਜਿਸ ਨੂੰ ਆਪ ਨਜ਼ਰਾਂ ਦਿੰਦਾ ਹੈ, ਆਪ ਪ੍ਰਗਟ ਹੋ ਜਾਂਦਾ ਹੈ, ਆਪਣੇ ਦਰਸ਼ਨ ਦਿੰਦਾ ਹੈ, ਉਹੀ ਫਿਰ ਸੱਚ ਦੀ ਸਿਫਤ ਸਲਾਹ ਕਰਦੇ ਹਾਂ। ਉਹਨਾਂ ਨੂੰ ਸੱਚ ਦੇ ਨਾਲ ਪਿਆਰ ਪੈਂਦਾ ਹੈ, ਜਿਹੜੇ ਦੁੱਖ ਸੁੱਖ, ਖੁਸ਼ੀ ਗਮੀ, ਹਾਨੀ ਲਾਭ, ਮਾਨ ਅਪਮਾਨ, ਇਹਨਾਂ ਚੀਜ਼ਾਂ ਨੂੰ ਸਮ ਕਰਕੇ ਚੱਲਦੇ ਨੇ। ਫਿਰ ਜਾ ਕੇ ਉਸ ਪ੍ਰਭੂ ਦੇ ਨਾਲ ਪਿਆਰ ਪੈਂਦਾ ਹੈ, ਫਿਰ ਉਹ ਆਪ ਪ੍ਰਗਟ ਹੋ ਕੇ ਦਰਸ਼ਨ ਦਿੰਦਾ ਹੈ। ਫਿਰ ਅਗਲਾ ਸ਼ਲੋਕ ਮਹੱਲੇ ਚੌਥੇ ਦਾ ਹੈ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਹੁਣ ਚੌਥੇ ਪਾਤਸ਼ਾਹ ਜੀ ਸਮਝਾਉਂਦੇ ਨੇ ਕਿ ਸੱਚੀ ਸੰਗਤ ਦੇ ਵਿੱਚ ਕਿਸੇ ਜੀਵ ਦੀ ਹੋਰ ਦੀ ਉਸਤਤ ਨਹੀਂ ਹੁੰਦੀ, ਸਿਰਫ ਹਰੀ ਦੀ ਉਸਤਤ ਹੁੰਦੀ ਹੈ। ਉੱਥੇ ਉਹ ਸਾਧੂ ਜਨਾਂ ਨੂੰ ਮਿਲੋ ਪਿਆਰਿਓ, ਉੱਥੇ ਜਾ ਕੇ ਬੈਠਣਾ ਹੁੰਦਾ ਹੈ, ਕਿਉਂਕਿ ਉੱਥੇ ਸਿਰਫ ਹਰੀ ਦੀ ਉਸਤਤ ਹੈ, ਪਰਮੇਸ਼ਰ ਦੀ ਉਸਤਤ ਹੈ, ਕਿਸੇ ਜੀਵ ਦੀ ਉਸਤਤ ਨਹੀਂ, ਕੂੜ ਦੀ ਉਸਤਤ ਨਹੀਂ ਹੈ। ਓਏ ਪੁਰਖ ਪ੍ਰਾਣੀ ਤਨ ਜਨ ਹੈ, ਉਪਦੇਸ਼ ਕਰੈ ਪਰ ਉਪਕਾਰੀਆ। ਤੇ ਉਹ ਸੰਗਤ ਦੇ ਵਿੱਚ ਪਰਉਪਕਾਰ ਦੇ ਉਪਦੇਸ਼ ਦਿੱਤੇ ਜਾਂਦੇ ਨੇ। ਪਰਉਪਕਾਰ ਕੀ ਹੈ? ਗੁਰਬਾਣੀ ਅਨੁਸਾਰ ਕਿ ਪਰਮੇਸ਼ਰ ਦੇ ਨਾਲ ਆਪਾਂ ਕਿਵੇਂ ਮਿਲਣਾ ਹੈ, ਹਰੀ ਦੇ ਨਾਲ ਮਿਲਾਉਣਾ ਹੁੰਦਾ ਹੈ। ਜਨਾਂ ਨੇ ਪਰਉਪਕਾਰ ਜੋ ਕਰਨ ਵਾਸਤੇ ਆਉਂਦੇ ਨੇ, ਕਿਉਂਕਿ ਜਦੋਂ ਪ੍ਰਭੂ ਆਪ ਡਿਊਟੀ ਲਾਉਂਦਾ ਹੈ, ਉਹਨਾਂ ਨੂੰ ਗਿਆਨ ਕਰਵਾ ਦਿੰਦਾ ਹੈ, ਆਪੇ ਦੀ ਸੋਝੀ ਕਰਵਾ ਦਿੰਦਾ ਹੈ, ਜਨਮ ਮਰਨ ਤੋਂ ਰਹਿਤ ਕਰ ਦਿੰਦਾ ਹੈ, ਫਿਰ ਉਹਨਾਂ ਨੂੰ ਇਸ ਪਰਉਪਕਾਰ ਦੇ ਵਿੱਚ ਲਾਉਂਦਾ ਹੈ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰ ਸੋ ਲੈਣ ਮਿਲਾਏ। ਐਸਾ ਜਿਹੜਾ ਉਪਦੇਸ਼ ਕਰਦੇ ਨੇ, ਪਰਉਪਕਾਰ ਕਰਦੇ ਨੇ, ਉਹ ਪੁਰਖ ਪ੍ਰਾਣੀ ਧਨ ਨੇ। ਐਸੀ ਸੰਗਤ ਵਿੱਚ
ਜਾ ਕੇ ਮਹਾਰਾਜ ਕਹਿੰਦੇ ਜਾ ਕੇ ਗਿਆਨ ਲਓ, ਸਾਧੂ ਜਨਾਂ ਨੂੰ ਮਿਲੋ, ਕਿਉਂਕਿ ਉੱਥੇ ਹਰੀ ਦੀ ਉਸਤਤ ਹੈ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਉਹ ਹਰੀ ਦੇ ਨਾਮ ਦਾ ਗਿਆਨ ਵੀ ਦਿੰਦਾ ਹੈ, ਪਹਿਲਾਂ ਸਮਝਾਉਂਦਾ ਵੀ ਹੈ, ਫਿਰ ਉਸ ਨੂੰ ਦ੍ਰਿੜ ਵੀ ਕਰਵਾਉਂਦਾ ਹੈ, ਕਿਉਂਕਿ ਹਰੀ ਦੇ ਨਾਮ ਦੇ ਨਾਲ ਹੀ ਸੰਸਾਰ ਨੇ ਤਰਨਾ ਹੈ, ਸੰਸਾਰ ਨੂੰ ਤਾਰਦਾ ਹੈ। ਜਿਨ੍ਹਾਂ ਨੂੰ ਪਾਉ ਹੈ, ਜਿਨ੍ਹਾਂ ਦੇ ਅੰਦਰ ਪਿਆਰ ਹੈ, ਜਿਹੜੇ ਦੇਖਦੇ ਨੇ ਕੁਛ ਵੀ ਹੋਵੇ ਬਸ ਅਸੀਂ ਤਾਂ ਪ੍ਰਭੂ ਨੂੰ ਮਿਲਣਾ ਹੈ, ਸਾਡੇ ਜੀਵਨ ਦਾ ਮਨੋਰਥ ਹੀ ਪ੍ਰਭੂ ਨੂੰ ਮਿਲਣਾ ਹੈ। ਗੁਰ ਵੇਖਣ ਕੋ ਸਭ ਕੋਈ ਲੋਚੈ, ਨਵ ਖੰਡ ਜਗਤ ਨਮਸਕਾਰਿਆ। ਹੁਣ ਸਮਝਾਉਂਦੇ ਨੇ ਕਿ ਗੁਰ ਨੂੰ ਦੇਖਣ ਨੂੰ ਸਾਰੇ ਲੋਚਦੇ ਨੇ। 9 ਖੰਡ ਪ੍ਰਿਥਵੀ ਦੇ ਵਿੱਚ ਨਮਸਕਾਰ ਕਰਦੇ ਨੇ, ਗੁਰ ਨੂੰ ਦੇਖਣਾ ਲੋਚਦੇ ਨੇ ਸਾਰੇ ਹੀ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਪਰ ਇਹ ਆਪ ਪ੍ਰਭੂ ਜਿਨ੍ਹਾਂ ਤੇ ਖੁਸ਼ ਹੁੰਦਾ ਹੈ, ਉਹਨਾਂ ਦੁਆਰਾ ਫਿਰ ਆਪ ਸਤਿਗੁਰ ਸੱਚਾ ਵਚਨ, ਸੱਚਾ ਉਪਦੇਸ਼ ਉਸ ਵਿੱਚ ਆਪ ਵਸਦਾ ਹੈ। ਆਪ ਫਿਰ ਗੁਰ ਦਾ ਗਿਆਨ ਦਿੰਦਾ ਹੈ। ਗੁਰ ਆਪੇ ਤੁਧ ਸਵਾਰਿਆ। ਆਪ ਫਿਰ ਗੁਰ ਦਾ ਗਿਆਨ ਦੇ ਕੇ ਆਪ ਸਵਾਰਦਾ ਹੈ, ਕਿਉਂਕਿ ਲੋਚਦੇ ਬਹੁਤ ਨੇ ਪਰ ਕਿਸੇ ਆਪ ਨੇ ਆਪ ਨਹੀਂ ਕੀਤਾ ਜਾਂਦਾ। ਆਪ ਪ੍ਰਭੂ ਜਿਨ੍ਹਾਂ ਦੇ ਅੰਦਰ ਵਸਦਾ ਹੈ, ਜਿਨ੍ਹਾਂ ਦੁਆਰਾ ਫਿਰ ਆਪ ਇਹ ਗਿਆਨ ਦਿੰਦਾ ਹੈ, ਉਹੀ ਫਿਰ ਇਸ ਉਪਦੇਸ਼ ਨੂੰ ਆਪ ਕਮਾਉਂਦੇ ਨੇ, ਦੂਜਿਆਂ ਨੂੰ ਸੁਣਾਉਂਦੇ ਨੇ, ਦੱਸਦੇ ਨੇ, ਫਿਰ ਦ੍ਰਿੜ ਕਰਵਾਉਂਦੇ ਨੇ। ਤੁਧ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਤੂੰ ਆਪ ਹੀ ਸਤਿਗੁਰ ਵਿੱਚ ਵਸਿਆ ਹੈ, ਤੂੰ ਆਪ ਹੀ ਗੁਰ ਦਾ ਗਿਆਨ ਕਰਵਾਉਂਦਾ ਹੈ, ਤੂੰ ਆਪ ਹੀ ਸਵਾਰਦਾ ਹੈ। ਤੂੰ ਆਪੇ ਪੂਜੈ ਪੂਜ ਕਰਾਵੈ, ਸਤਿਗੁਰ ਕੋ ਸਿਰਜਣਹਾਰਿਆ। ਕੋਈ ਪੂਜਾ ਨਹੀਂ ਕਰ ਸਕਦਾ, ਤੂੰ ਆਪ ਆਪਣੀ ਪੂਜਾ ਕਰਵਾਉਂਦਾ ਹੈ, ਕਿਉਂਕਿ ਆਪ ਹੀ ਜਾਣਦਾ ਹੈ। ਜਿਨ੍ਹਾਂ ਨੂੰ ਗਿਆਨ ਨਹੀਂ, ਆਪਾਂ ਵੀ ਸਾਰੀ ਉਮਰ ਕੱਢੀ ਹੈ, ਸਾਨੂੰ ਪਤਾ ਹੀ ਨਹੀਂ ਸੀ ਕਿ ਪੂਜਾ ਪ੍ਰਭੂ ਦੀ ਕਰਨੀ ਕਿਵੇਂ ਹੈ, ਕਿਵੇਂ ਜੋਤ ਨੂੰ ਜੋਤ 'ਚ ਮਿਲਾਉਣਾ ਹੈ। ਅੰਤਰ ਪੂਜਾ ਥਾਨ ਮੁਰਾਰਾ, ਜੋਤੀ ਜੋਤ ਮਿਲਾ। ਜਦੋਂ ਆਪ ਪ੍ਰਭੂ ਨੇ ਆਪਾਂ ਨੂੰ ਜਣਾਇਆ ਹੈ, ਫਿਰ ਆਪਾਂ ਇਸ ਸੇਵਾ ਦੇ ਵਿੱਚ ਲੱਗੇ ਹਾਂ, ਕਿਉਂਕਿ ਆਪਣੇ ਆਪ ਤੇ ਕੋਈ ਵੀ ਜੀਵ ਨਹੀਂ ਕਰ ਸਕਦਾ। ਇਸ ਕਰਕੇ ਆਪ ਆਪਣੀ ਸੇਵਾ ਵੀ ਆਪ ਕਰਵਾਉਂਦਾ। ਆਪ ਸਿਰਜਣਹਾਰ ਪ੍ਰਭੂ ਹੀ ਜਾਣਦਾ ਹੈ ਤੇ ਆਪ ਆਪਣੀ ਸੇਵਾ ਦੇ ਵਿੱਚ ਲਾਉਂਦਾ ਹੈ। ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸ ਕਾਲਾ ਮੂੰਹ ਜਮ ਮਾਰਿਆ। ਜਿਹੜੇ ਜੀਵ ਇਹ ਸੱਚਾ ਗਿਆਨ ਲੈ ਕੇ, ਸੱਚਾ ਉਪਦੇਸ਼ ਲੈ ਕੇ ਵੀ ਜਿਹੜੇ ਫਿਰ ਵਿਛੜ ਜਾਂਦੇ ਨੇ, ਤਿਆਗ ਦਿੰਦੇ ਨੇ ਸਤਿਗੁਰ ਨੂੰ, ਮਹਾਰਾਜ ਸਮਝਾਉਂਦੇ ਨੇ ਕਿ ਇਹਨਾਂ ਦਾ ਮੂੰਹ ਫਿਰ ਕਾਲਾ ਕਰਕੇ ਜਮ ਇਹਨਾਂ ਨੂੰ ਮਾਰਦੇ ਨੇ, ਕਿਉਂਕਿ ਸਤਿਗੁਰ ਤੋਂ ਵੱਡਾ ਕੋਈ ਵੀ ਨਹੀਂ ਹੈ। ਆਪ ਪ੍ਰਭੂ ਵਿੱਚ ਬੈਠ ਕੇ ਆਪਣੇ ਜਨਾਂ ਦੁਆਰਾ ਆਪ ਹੀ ਗਿਆਨ ਦਿੰਦਾ ਹੈ। ਇਸ ਕਰਕੇ ਜਿਹੜੇ ਇਸ ਨੂੰ ਛੱਡ ਦਿੰਦੇ, ਤਿਆਗ ਦਿੰਦੇ ਨੇ, ਉਹਨਾਂ ਦਾ ਮੁੱਖ ਕਾਲਾ ਹੋ ਜਾਂਦਾ ਹੈ, ਫਿਰ ਜਮ ਉਹਨਾਂ ਨੂੰ ਸਜ਼ਾ ਦਿੰਦੇ ਨੇ। ਤਿਸ ਅੱਗੇ ਪਿੱਛੇ ਢੋਈ ਨਹੀਂ, ਗੁਰਸਿੱਖੀ ਮਨ ਵਿਚਾਰਿਆ। ਉਹਨਾਂ ਨੂੰ ਕਿਤੇ ਵੀ ਢੋ ਨਹੀਂ ਮਿਲਣੀ, ਨਾ ਇੱਥੇ ਨਾ ਅੱਗੇ, ਨਾ ਜਿੱਥੋਂ ਆਏ ਆਪਾਂ, ਕਿਉਂਕਿ ਨਰਕਾਂ ਦੇ ਵਿੱਚ ਜਾਣਾ ਪਏਗਾ। ਆ ਜਨਮ ਜਿੱਥੇ ਹੁਣ ਆਪਾਂ ਮਨੁੱਖਾ ਜਨਮ 'ਚ ਬੈਠੇ ਹਾਂ, ਇਸ ਤੋਂ ਪਹਿਲਾਂ ਵੀ ਅਸੀਂ ਚੰਗੇ ਜਨਮ ਭੋਗ ਕੇ ਆਏ ਹਾਂ, ਉਹ ਵੀ ਸਾਨੂੰ ਨਹੀਂ ਮਿਲਣੇ। ਮਨੁੱਖਾ ਜਨਮ ਮਿਲਣਾ ਹੀ ਨਹੀਂ, ਮੁਕਤੀ ਵੀ ਨਹੀਂ ਮਿਲਣੀ। ਇਸ ਕਰਕੇ ਨਰਕਾਂ ਦੇ ਵਿੱਚ ਜਾਣਾ ਪਏਗਾ। ਮੂੰਹ ਕਾਲਾ ਕਰਕੇ ਨਰਕਾਂ ਸੁੱਟ ਦਿੰਦੇ ਹਾਂ। ਸਤਿਗੁਰੂ ਨੂੰ ਮਿਲੇ ਸੇ ਜਨ ਉਭਰੇ, ਜਿਨ ਹਿਰਦੇ ਨਾਮ ਸਮਾਰਿਆ। ਜਿਹੜਾ ਜੀਵ ਸਤਿਗੁਰ ਨੂੰ ਮਿਲਦਾ ਹੈ, ਸੱਚਾ ਗੁਰ ਲੈਂਦਾ ਹੈ, ਗਿਆਨ ਲੈਂਦਾ, ਉਹ ਉਭਰਦਾ ਹੈ। ਉਹ ਵੀ ਤਾਂ ਜੋ ਉਸ ਨੂੰ ਨਾਮ ਨੂੰ ਹਿਰਦੇ ਦੇ ਵਿੱਚ ਸਿਮਰਦਾ ਹੈ, ਧਿਆਉਂਦਾ ਹੈ, ਉਸੇ ਦਾ ਉਦਾਰ ਹੋਣਾ ਹੈ। ਪਰ ਸੱਚਾ ਗਿਆਨ ਲੈ ਕੇ ਫਿਰ ਆਪਾਂ
ਹਿਰਦੇ ਦੇ ਵਿੱਚ ਨਾਮ ਧਿਆ ਸਕਦੇ ਹਾਂ। ਜਨ ਨਾਨਕ ਗੁਰਸਿੱਖ ਪੁੱਤੋ, ਹਰ ਜਪਿਓ ਹਰ ਨਿਸਤਾਰਿਆ। ਤੇ ਸਤਿਗੁਰੂ ਸਮਝਾਉਂਦੇ ਨੇ ਕਿ ਨਾਨਕ ਦੇ ਗੁਰਸਿੱਖ, ਜਿਹੜੇ ਗੁਰ ਦੀ ਸਿੱਖ ਲੈ ਕੇ ਚੱਲਣ ਵਾਲੇ ਜੀਵ ਨੇ, ਉਹ ਉਸ ਦੇ ਪੁੱਤਰ ਨੇ। ਹਰ ਜਪਿਓ, ਕਿ ਹਰੀ ਨੂੰ ਜਪਿਓ, ਹਰ ਨਿਸਤਾਰਿਆ। ਜਿਨ੍ਹਾਂ ਹਰੀ ਨੂੰ ਜਪਿਆ, ਕੌਣ ਜਪਦਾ? ਆਪ ਪ੍ਰਭੂ। ਤੇ ਹਰੀ ਫਿਰ ਉਹਨਾਂ ਨੂੰ ਤਾਰਦਾ ਹੈ। ਇਸ ਕਰਕੇ ਜਿਹੜੇ ਜੀਵ ਗਿਆਨ ਲੈ ਕੇ, ਸੁਣ ਕੇ, ਮੰਨ ਕੇ ਚੱਲਦੇ ਨੇ, ਉਹਨਾਂ ਦੇ ਮੁਖ ਉਜਲ ਹੋ ਜਾਂਦੇ ਨੇ। ਜਿਹੜੇ ਇਹ ਤਿਆਗ ਜਾਂਦੇ ਨੇ, ਉਹਨਾਂ ਦੇ ਮੁਖ ਫਿਰ ਕਾਲੇ ਹੋ ਜਾਂਦੇ ਨੇ। ਇਸ ਕਰਕੇ ਜਦੋਂ ਆਪਾਂ ਰੋਜ਼ ਦੇਖਾਂਗੇ, ਦੇਖਦੇ ਹਾਂ, ਆਪਾਂ ਰੋਜ਼ ਉੱਠਦਿਆਂ ਹੀ ਆਪਣੇ ਆਪ ਨੂੰ ਦੇਖਣਾ ਹੁੰਦਾ ਹੈ ਕਿ ਸਾਡਾ ਮੁਖ ਪ੍ਰਕਾਸ਼ ਹੈ, ਉਜਲ ਹੈ। ਬਸ ਮੁਖ ਉਜਲ ਹੈ, ਅਸੀਂ ਪ੍ਰਭੂ ਨੂੰ ਪਾਉਂਦੇ ਹਾਂ। ਜਿਹੜੇ ਵਿਛੜ ਜਾਂਦੇ ਨੇ, ਉਹਨਾਂ ਨੂੰ ਆਪਣੇ ਮੁਖ 'ਤੇ ਛਾਈ ਦਿਸਣੀ ਸ਼ੁਰੂ ਹੋ ਜਾਂਦੀ ਹੈ। ਸੋ ਗੁਰਮੁਖ ਪਿਆਰਿਓ, ਥੋੜ੍ਹਾ ਲੰਮਾ ਹੈ ਸ਼ਬਦ, ਆਪਾਂ ਕੱਲ੍ਹ ਨੂੰ ਵਿਚਾਰਾਂਗੇ, ਫਿਰ ਲੇਟ ਹੋ ਜਾਣਾ। ਆਓ ਥੋੜ੍ਹਾ ਅਭਿਆਸ ਕਰੀਏ, ਕਿਉਂਕਿ 3 ਸਲੋਕ ਨੇ ਸ਼ਬਦ ਦੇ ਵਿੱਚ, ਫਿਰ ਪੌੜੀ ਹੈ। ਸੋ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਆਓ ਥੋੜ੍ਹਾ ਅਭਿਆਸ ਕਰੀਏ ਤੇ ਆਈਏ, ਦ੍ਰਿੜ ਕਰੀਏ ਨਾਮ ਨੂੰ, ਕਿਉਂਕਿ ਇਹ ਦ੍ਰਿੜ ਕਰਨਾ, ਇਹ ਗਿਆਨ ਜੋ ਆਪਾਂ ਲੈਂਦੇ ਹਾਂ, ਉਸ ਨੂੰ ਦ੍ਰਿੜ ਕਰਨਾ ਹੈ, ਮੁੱਖ ਨੂੰ ਉਜਲ ਕਰਨਾ ਹੈ। ਉਹੀ ਸਤਿਗੁਰ ਨੂੰ, ਪ੍ਰਭੂ ਨੂੰ ਪਾਉਂਦਾ ਹੈ। ਕਿਵੇਂ ਕਰਨਾ ਹੈ? ਆਓ ਪਹਿਲਾਂ ਆਪਾਂ ਨੇਤਰ ਸਮ ਕਰੀਏ। ਅੱਜ ਥੋੜ੍ਹਾ ਸਮਾਂ, ਅੱਜ ਆਪਾਂ ਜੁਗਤੀ ਨਹੀਂ ਲਾਵਾਂਗੇ, ਅੱਜ ਅਭਿਆਸ ਹੀ ਕਰਾਂਗੇ। ਆਓ ਨੇਤਰ ਸਮ ਕਰੀਏ ਸਾਰੇ ਹੀ। ਆਪਣੇ ਆਪ ਨੂੰ ਪਹਿਚਾਨਣਾ ਹੁੰਦਾ ਹੈ, ਆਪਣੇ ਆਪ ਨੂੰ ਸਮਝਣਾ ਹੈ, ਦਰਸ਼ਨ ਕਰਨੇ ਨੇ, ਦੇਖਣਾ ਹੈ ਕਿ ਸਾਡਾ ਮੁੱਖ ਪ੍ਰਕਾਸ਼ ਹੈ। नीचे ले जो ध्यान, फिर सम करके देखिए अपने आप ਨੂੰ।
फिर नीचे ले जो ध्यान। और सामने लेके आइए ध्यान। मस्तक दे सामने लै जाओ, पलका उत्ते चुक। फिर सामने ले आइए ध्यान।
नीचे लै जो ध्यान। और सम करके देखिए अपने आप नूं। वाहिगुरु जी का खालसा, वाहिगुरु जी की फतेह। सो गुरमुख प्यारिओ, इस तरीके नाल आपां दृढ़ करना है नाम नूं, क्योंकि इत्थे सारे प्रकाश है। ये दृढ़ करके मुख उज्जल होएगा, फिर आपां उस प्रभु की सिफत सलाह कर सकते हैं, सच दे विच जाके समा सकते हैं, एक रूप हो सकते हैं। क्योंकि प्रभु चाहुंदा है कि तुसी मेरा रूप हो जाओ। खालसा मेरा रूप है खास, खालसे मैं हूँ करूँ निवास। सौ गुरमुख प्यारिओ, इन्नी क विचार करदे हाँ बहुत सारियां भुल्लां हो जांदियां हन। आप संगत सतगुरु जी बख्शण जोग हो, बख्श लेना जी। वाहिगुरु जी का खालसा, वाहिगुरु जी की फतेह।